मॉर्निंग स्टूडेंट्स आज आप अपने अगले टॉपिक जो कि अपने फाइनैशियल स्टेटमेंट ਦਾ ਹੀ ਆ ਅਡਜਸਟਮੈਂਟ ਇਨ ਫਾਈਨਲ ਸਟੇਟਮੈਂਟ ਉਹਦੇ ਵਿੱਚ ਨੈਕਸਟ ਜਿਹੜਾ ਪੁਆਇੰਟ ਆ ਉਹਨੂੰ ਕਵਰ ਕਰਾਂਗੇ। ਅੱਜ ਦੇ ਟੌਪਿਕ ਦੇ ਵਿੱਚ ਤੁਹਾਡੀ 28th ਸਮ ਦੇ ਰਿਲੇਟਡ ਜਿਹੜੀਆਂ ਐਂਟਰੀਜ਼ ਆ ਉਹਨੂੰ ਰਿਕਾਰਡ ਕਰਾਂਗੇ। ਹੁਣ ਜਿਹੜਾ 28th ਸਮ ਆ ਇਹ ਵਿਦ GST ਆ। ਹੁਣ GST ਦੇ ਨਾਲ ਤੁਸੀਂ ਕਿਵੇਂ ਐਂਟਰੀਜ਼ ਨੂੰ ਰਿਕਾਰਡ ਕਰਨਾ ਹੈ, ਕਿਵੇਂ ਸੋਲਵ ਕਰਨਾ ਹੈ, ਉਹਦੇ ਬਾਰੇ ਇਨਫੋਰਮੇਸ਼ਨ ਆਪਾਂ ਡਿਸਕਸ ਕਰਾਂਗੇ। ਹਨ ਇਹਦੇ ਵਿੱਚ ਆਪਾਂ ਨੂੰ ਉਹਨਾਂ ਨੇ ਕਿਹਾ ਹੈਗਾ ਹੈ ਕਿ ਕੁਛ ਟਰਾਇਲ ਬੈਲੈਂਸ ਦੀ ਇਨਫੋਰਮੇਸ਼ਨ ਹੈ ਜਿਹੜੀਆਂ ਵਿਨੋਦ ਕੁਮਾਰ ਦੀਆਂ ਬੁੱਕਸ ਦੇ ਵਿੱਚੋਂ ਲਈਆਂ ਗਈਆਂ। ਟਰਾਇਲ ਬੈਲੈਂਸ ਆਪਾਂ ਨੂੰ ਦਿੱਤਾ ਹੋਇਆ ਵਿਦ GST ਔਰ ਨੀਚੇ ਇਨਫੋਰਮੇਸ਼ਨ ਦਿੱਤੀ ਆ ਪ੍ਰੋਵਾਈਡਸ ਫॉर ਇੰਟਰਸਟ ਔਨ ਕੈਪੀਟਲ ਐਟ 5% ਪਰ ਐਨਮ। ਕੈਪੀਟਲ ਇੰਟਰਸਟ ਆਪਾਂ ਨੂੰ 5%, ਡੈਪਰੀਸ਼ੀਏਸ਼ਨ ਹੈ ਐਟ 10% ਮਸ਼ੀਨਰੀ ਤੇ ਵੇਜਿਸ ਆਊਟਸਟੈਂਡਿੰਗ ਆਪਣੇ ਕੋਲੇ 50 ਦੀਆਂ ਤੇ ਆਪਣੇ ਕੋਲੇ ਕਲੋਜ਼ਿੰਗ ਸਟਾਕ ਹੈਗਾ 8000 ਦਾ। ਫਿਰ ਆਪਣੇ ਕੋਲੇ ਪ੍ਰੀਪੇਡ ਇੰਸ਼ੋਰੈਂਸ ਆ 200 ਦਾ ਤੇ ਐਕਰੂਡ ਕਮਿਸ਼ਨ ਆ ਜਿਹੜਾ ਉਹ ਹੈਗਾ 1500 ਦਾ। ਐਕਰੂਡ ਦਾ ਮਤਲਬ ਹੁੰਦਾ ਕਿ ਜੋ ਕਮਿਸ਼ਨ ਆਪਾਂ ਅਰਨ ਕੀਤਾ ਹੁੰਦਾ ਹੈ, ਜੋ ਕਮਾਇਆ ਹੁੰਦਾ ਹੈ। ਬੋਥ ਆਰ ਸਬਜੈਕਟ ਆਫ ਲੈਵੀ GST, ਇਹਦੇ ਉੱਪਰ ਦੋਨਾਂ ਉੱਪਰ GST ਕਾਊਂਟ ਕੀਤਾ ਜਾਊਗਾ। ਟ੍ਰੇਡਿੰਗ ਐਂਡ ਪ੍ਰੋਫਿਟ ਐਂਡ ਲਾਸ ਅਕਾਊਂਟ ਬਣਾਉਣਾ ਹੈ ਔਰ ਬੈਲੈਂਸ ਸ਼ੀਟ ਜਿਹੜੀ ਉਹ ਵੀ ਪ੍ਰਪੇਅਰ ਕਰਨੀ ਆਪਾਂ ਔਨ ਦਾ ਦੈਟ ਡੇਟ, ਯਾਨੀ ਕਿ ਜਿਸ ਦਿਨ ਵੀ ਇਹਨਾਂ ਨੇ ਪ੍ਰਪੇਅਰ ਕੀਤੀ ਸੀ ਉਸ ਦਿਨ ਦੇ ਅਕੋਰਡਿੰਗ ਆਪਾਂ ਬੈਲੈਂਸ ਸ਼ੀਟ ਆ ਜਿਹੜੀ ਉਹਨੂੰ ਵੀ ਪ੍ਰਪੇਅਰ ਕਰਨਾ ਹੈ। ਸੋ ਫਸਟ ਆਫ ਆਲ ਆਪਾਂ ਕੀ ਆ ਪ੍ਰੋਫਿਟ ਐਂਡ ਲਾਸ ਤੋਂ ਪਹਿਲਾਂ ਆਪਾਂ ਟ੍ਰੇਡਿੰਗ ਅਕਾਊਂਟ ਆ ਜਿਹੜਾ ਪ੍ਰਪੇਅਰ ਕਰਾਂਗੇ। ਉਸ ਤੋਂ ਬਾਅਦ ਆਪਣੇ ਕੋਲੇ ਜਿਹੜਾ ਪ੍ਰੋਫਿਟ ਐਂਡ ਲਾਸ ਅਕਾਊਂਟ ਬਣੂਗਾ, ਫਿਰ ਆਪਣੇ ਕੋਲੇ ਬੈਲੈਂਸ ਸ਼ੀਟ ਬਣੂਗੀ। ਸੋ ਫਸਟ ਆਫ ਆਲ ਆਪਾਂ ਦੇਖਦੇ ਹਾਂ ਕਿ ਪ੍ਰੋਫਿਟ ਐਂਡ ਲਾਸ ਐਂਡ ਟ੍ਰੇਡਿੰਗ ਅਕਾਊਂਟ ਕਿਸ ਤਰ੍ਹਾਂ ਬਣੂਗਾ। ਸੋ ਸਭ ਤੋਂ ਪਹਿਲਾਂ ਆਪਾਂ ਬਣਾਵਾਂਗੇ ਟ੍ਰੇਡਿੰਗ ਅਕਾਊਂਟ। ਆਪਾਂ ਨੂੰ ਟ੍ਰੇਡਿੰਗ ਅਕਾਊਂਟ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦੀ ਹੋਏਗੀ ਓਪਨਿੰਗ ਸਟਾਕ। ਆਪਾਂ ਨੂੰ ਓਪਨਿੰਗ ਸਟਾਕ ਆ ਜਿਹੜਾ ਕੁਐਸਚਨ ਦੇ ਵਿੱਚ ਆਲਰੇਡੀ ਗਿਵਨ ਆ। ਓਪਨਿੰਗ ਸਟਾਕ ਨੂੰ ਆਪਾਂ ਇੱਥੇ ਕੁਐਸਚਨ ਦੇ ਵਿੱਚ ਦੇਖ ਸਕਦੇ ਹਾਂ ਕਿ 1/4/2020 ਦਾ ਬੈਲੈਂਸ ਦਿੱਤਾ ਹੋਇਆ 6000 ਦਾ ਬੈਲੈਂਸ ਆ ਔਰ ਇਹ ਟਰਾਇਲ ਬੈਲੈਂਸ ਦੇ ਵਿੱਚ ਦਿੱਤਾ ਹੋਇਆ। ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਪਰਚੇਜ਼ ਵੀ ਆਪਾਂ ਨੂੰ ਦੱਸੀ ਹੋਈ ਆ। ਪਰਚੇਜ਼ ਦੀ ਵੈਲਿਊ ਹੈਗੀ ਆ 8000 ਜੋ ਉਹ ਵੀ ਆਪਾਂ ਨੂੰ ਕੁਐਸਚਨ ਦੇ ਵਿੱਚ ਗਿਵਨ ਆ। ਆਪਾਂ ਨੂੰ ਪਰਚੇਜ਼ ਦੇ ਨਾਲ ਨਾਲ ਵੇਜਿਸ ਵੀ ਦਿੱਤੀਆਂ ਹੋਈਆਂ। ਜਿਹੜੀਆਂ ਵੇਜਿਸ ਦਿੱਤੀਆਂ ਹੋਈਆਂ ਉਹਨਾਂ ਦੀ ਵੈਲਿਊ ਹੈਗੀ ਆਪਣੇ ਕੁਐਸਚਨ ਦੇ ਵਿੱਚ 1000। ਹਨ ਆਪਾਂ ਨੂੰ ਵੇਜਿਸ ਤਾਂ ਦਿੱਤੀਆਂ ਹੋਈਆਂ ਬਟ ਵੇਜਿਸ ਦੇ ਨਾਲ ਨਾਲ ਆਪਾਂ ਨੂੰ ਲਾਸਟ ਦੇ ਵਿੱਚ ਜਦੋਂ ਆਪਾਂ ਸਟੇਟਮੈਂਟ ਰੀਡ ਆਊਟ ਕੀਤੀ ਆ ਉਹਦੇ ਵਿੱਚ ਕੁਝ ਆਊਟਸਟੈਂਡਿੰਗ ਵੇਜਿਸ ਵੀ ਦਿੱਤੀਆਂ ਹੋਈਆਂ। ਆਊਟਸਟੈਂਡਿੰਗ ਆਪਾਂ ਕੱਲ੍ਹ ਵੀ ਡਿਸਕਸ ਕੀਤਾ ਸੀਗਾ ਕਿ ਆਊਟਸਟੈਂਡਿੰਗ ਦਾ ਮਤਲਬ ਹੁੰਦਾ ਹੈ ਉਹ ਪੈਸੇ ਜਿਹੜੇ ਹਜੇ ਦੇਣ ਵਾਲੇ ਰਹਿੰਦੇ ਆ, ਮਤਲਬ ਕਿ ਇਹ ਦੇਣੇ ਆ ਹਜੇ। ਪ੍ਰੀਪੇਡ ਹੁੰਦੇ ਆ ਜਿਹੜੇ ਦੇ ਚੁੱਕੇ ਆ। ਆਊਟਸਟੈਂਡਿੰਗ ਦਾ ਮਤਲਬ ਹੁੰਦਾ ਜਿਹੜੇ ਅਸੀਂ ਹਜੇ ਦੇਣੇ ਆ। ਸੋ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਇੱਧਰ ਰਿਕਾਰਡ ਕਰ ਲਾਂਗੇ। ਹੁਣ ਇਸ ਤੋਂ ਬਾਅਦ ਆਪਣੇ ਕੋਲੇ ਕੋਈ ਵੀ ਡਾਇਰੈਕਟ ਖਰਚਾ ਨਹੀਂ ਬਚਿਆ। ਆਪਣੇ ਕੋਲੇ ਆਲਮੋਸਟ ਇੰਨੇ ਹੀ ਡਾਇਰੈਕਟ ਖਰਚੇ ਸੀ ਜੋ ਆਪਾਂ ਟ੍ਰੇਡਿੰਗ ਦੇ ਵਿੱਚ ਪਾਉਂਦੇ ਹੁੰਦੇ ਆ। ਟ੍ਰੇਡਿੰਗ ਦੇ ਵਿੱਚ ਸਿਰਫ ਔਰ ਸਿਰਫ ਡਾਇਰੈਕਟ ਖਰਚੇ ਹੀ ਪਾਉਣੇ ਆ ਤੁਸੀਂ ਡੈਬਿਟ ਸਾਈਡ। ਹੁਣ ਆਪਣੇ ਕੋਲੇ ਇੱਧਰ ਆ ਜਾਂਦੀ ਆ ਸੇਲ ਆਪਾਂ ਨੂੰ ਗਿਵਨ ਆ ਕੁਐਸਚਨ ਦੇ ਵਿੱਚ ਕ੍ਰੈਡਿਟ ਬੈਲੈਂਸ ਦੇ ਵਿੱਚ ਜੋ ਕਿ ਆਪਾਂ ਨੂੰ 16000 ਦੀ ਸੇਲ ਆ ਜਿਹੜੀ ਉਹ ਗਿਵਨ ਆ। ਹੁਣ ਇਹਦੇ ਵਿੱਚ ਨਾ ਹੀ ਕੋਈ ਰਿਟਰਨ ਆ, ਨਾ ਹੀ ਕੋਈ ਇਨਵਰਡ ਹੈਗਾ, ਨਾ ਹੀ ਕੋਈ ਆਊਟਵਰਡ ਰਿਟਰਨ ਹੈਗਾ। ਸੋ ਆਪਾਂ ਇਹਨੂੰ ਸਿੱਧਾ ਹੀ ਪਾਵਾਂਗੇ। ਜੇ ਹੁੰਦਾ ਤਾਂ ਫਿਰ ਆਪਾਂ ਮਾਈਨਸ ਕਰਕੇ ਪਾ ਸਕਦੇ ਸੀ ਪਰ ਨਹੀਂ ਆ। ਸੋ ਇਸ ਲਈ ਆਪਾਂ ਡਾਇਰੈਕਟ ਇਕੱਲੀ ਸੇਲ ਹੀ ਪਾਵਾਂਗੇ। ਕਲੋਜ਼ਿੰਗ ਸਟਾਕ ਤੁਹਾਨੂੰ ਕੀ ਆ ਨੀਚੇ ਐਡਜਸਟਮੈਂਟ ਦੇ ਵਿੱਚ ਦਿੱਤਾ ਹੋਇਆ ਜਿਹਦੇ ਵਿੱਚ ਉਹਨਾਂ ਨੇ ਆਪਾਂ ਨੂੰ ਕਿਹਾ ਹੋਇਆ ਹੈ ਸਟਾਕ ਔਨ 31/3/2021 ਯਾਨੀ ਕਿ 31 ਮਾਰਚ 2021 ਦਾ ਜਿਹੜਾ ਬੈਲੈਂਸ ਆਪਾਂ ਨੂੰ 8000 ਉਹਨਾਂ ਨੇ ਐਜ਼ ਆ ਕਲੋਜ਼ਿੰਗ ਸਟਾਕ ਦਿੱਤਾ ਹੋਇਆ। ਸੋ ਇੱਧਰਲੀ ਸਾਈਡ ਔਰ ਇੱਧਰਲੀ ਸਾਈਡ ਦੋਨਾਂ ਦਾ ਤੁਸੀਂ ਕੀ ਆ ਬੈਲੈਂਸ ਕਰੋਗੇ। ਬੈਲੈਂਸ ਕਰਕੇ ਜੋ ਆਏਗਾ ਉਹ ਤੁਹਾਡੇ ਕੋਲ ਕੀ ਬਚੂਗਾ। ਜੇ ਤਾਂ ਇੱਧਰਲੀ ਸਾਈਡ ਆਉਂਦਾ ਹੈ ਤਾਂ ਗ੍ਰੋਸ ਪ੍ਰੋਫਿਟ ਆਏਗਾ। ਆਹ ਵਾਲੀ ਸਾਈਡ ਅਗਰ ਆਉਂਦਾ ਹੈ ਤਾਂ ਸਾਨੂੰ ਗ੍ਰੋਸ ਪ੍ਰੋਫਿਟ ਮਿਲ ਜੂਗਾ। ਅਗਰ ਸਾਡੇ ਕੋਲ ਇੱਧਰਲੀ ਸਾਈਡ ਆਉਂਦਾ ਹੈ ਤਾਂ ਸਾਨੂੰ ਕੀ ਮਿਲੂਗਾ ਗ੍ਰੋਸ ਲਾਸ ਮਿਲ ਜੂਗਾ। ਹੁਣ ਦੋਨੋਂ ਸਾਈਡਸ ਦਾ ਟੋਟਲ ਕਰ ਲੈਂਦੇ ਆ। ਆਪਾਂ ਇੱਧਰਲੀ ਸਾਈਡ ਦਾ ਟੋਟਲ ਕਰਦੇ ਹਾਂ ਕ੍ਰੈਡਿਟ ਸਾਈਡ ਦਾ ਤਾਂ ਆਪਣੇ ਕੋਲ ਆਏਗਾ 24000। ਕ੍ਰੈਡਿਟ ਸਾਈਡ ਦਾ ਟੋਟਲ ਆਪਣੇ ਕੋਲ 24000 ਬਣਦਾ ਹੈ। ਅਤੇ ਜੇ ਅਸੀਂ ਗੱਲ ਕਰਦੇ ਹਾਂ ਡੈਬਿਟ ਸਾਈਡ ਦੇ ਟੋਟਲ ਦੀ 6000 8000 ਪਲੱਸ ਜੋ ਸਾਡੇ ਕੋਲ 1050 ਹੈ। ਇਹਨਾਂ ਸਾਰਿਆਂ ਦਾ ਟੋਟਲ ਕਰਦੇ ਹਾਂ ਤਾਂ ਸਾਡੇ ਕੋਲ 15000 ਜਿਹੜਾ ਕੀ ਆ 50 ਰੁਪਏ ਬਣਦੇ ਆ। ਪਰ ਹੁਣ ਜਿਹੜੇ 15050 ਹੈ ਇਹ ਜ਼ਿਆਦਾ ਹੈ ਅਤੇ ਥੋੜ੍ਹੇ ਮਤਲਬ ਕਿ ਘੱਟ ਆ ਅਤੇ 24000 ਆ ਜਿਹੜੇ ਉਹ ਵੱਧ ਆ। ਹੁਣ ਆਪਾਂ ਦੋਨੋਂ ਸਾਈਡਸ ਦੇ ਬੈਲੈਂਸ ਇਕੁਅਲ ਕਰਨੇ ਆ ਤਾਂ ਸਾਡੇ ਕੋਲ ਜਿਹੜਾ ਬੈਲੈਂਸ ਬਚਦਾ ਹੈ ਉਹ ਇੱਧਰਲੀ ਸਾਈਡ ਆਊਗਾ ਉਹ ਆਏਗਾ 8950। ਤਾਂ ਇਹ ਸਾਡੇ ਕੋਲ ਐਜ਼ ਆ ਪ੍ਰੋਫਿਟ ਰਹੇਗਾ। ਦੋਨੋਂ ਸਾਈਡ 24000 ਦਾ ਬੈਲੈਂਸ ਆ ਜਿਹੜਾ ਆਪਾਂ ਇਕੁਅਲ ਕਰ ਲਾਂਗੇ। ਹੁਣ ਇਹ ਬੈਲੈਂਸ ਜਿਹੜਾ ਸਾਡੇ ਕੋਲ ਆਇਆ ਉਹ ਸਾਡੇ ਕੋਲ ਗ੍ਰੋਸ ਪ੍ਰੋਫਿਟ ਦਾ ਆਇਆ। ਹੁਣ ਇਸ ਤੋਂ ਬਾਅਦ ਅਸੀਂ ਜਿਹੜਾ ਅਕਾਊਂਟ ਬਣਾਉਣਾ ਹੈ
ਪ੍ਰੋਫਿਟ ਐਂਡ ਲਾਸ ਅਕਾਊਂਟ ਜਿਹੜਾ ਅਸੀਂ ਪ੍ਰਪੇਅਰ ਕਰਾਂਗੇ, ਜਿਹਦੇ ਵਿੱਚ ਅਸੀਂ ਆਲਮੋਸਟ ਉਹ ਸਾਰੀਆਂ ਐਂਟਰੀਜ਼ ਨੂੰ ਰਿਕਾਰਡ ਕਰਦੇ ਹਾਂ ਜੋ ਸਾਡੇ ਇਨਡਾਇਰੈਕਟ ਖਰਚਿਆਂ ਨਾਲ ਰਿਲੇਟਡ ਹੁੰਦੀ ਆ। ਇਨਡਾਇਰੈਕਟ ਜਿਹੜੇ ਖਰਚੇ ਹੁੰਦੇ ਆ ਉਹ ਅਸੀਂ ਡੈਬਿਟ ਸਾਈਡ ਰਿਕਾਰਡ ਕਰਨੇ ਹੁੰਦੇ ਆ, ਔਰ ਜਿਹੜੀ ਇਨਕਮ ਹੁੰਦੀ ਆ ਉਹ ਅਸੀਂ ਕ੍ਰੈਡਿਟ ਸਾਈਡ ਸ਼ੋਅ ਕਰਨੇ ਹੁੰਦੇ ਆ। ਸਾਨੂੰ ਕੁਐਸਚਨ ਦੇ ਵਿੱਚ ਦੋਨੋਂ ਚੀਜ਼ਾਂ ਜਿਹੜੀਆਂ ਗਿਵਨ ਆ, ਸਾਨੂੰ ਇਨਕਮਸ ਵੀ ਦਿੱਤੀਆਂ ਹੋਈਆਂ ਔਰ ਜਿਹੜੇ ਸਾਡੇ ਕੋਲੇ ਖਰਚੇ ਆ ਉਹ ਵੀ ਇੱਥੇ ਮੈਂਸ਼ਨ ਕੀਤੇ ਹੋਏ ਆ। ਹੁਣ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਸਾਡੇ ਕੋਲੇ ਜੋ ਵੈਲਿਊਜ਼ ਹੈ ਉਹਦੇ ਵਿੱਚੋਂ ਸਭ ਤੋਂ ਪਹਿਲਾਂ ਇਨਡਾਇਰੈਕਟ ਖਰਚਾ ਕਿਹੜਾ ਹੈ। ਸਾਡੇ ਕੋਲੇ ਸਭ ਤੋਂ ਪਹਿਲਾਂ ਹੈਗਾ ਏ ਟੂ ਰੈਂਟ। ਹੁਣ ਜਿਹੜਾ ਰੈਂਟ ਆ ਸਾਡੇ ਕੋਲੇ ਉਹਦੀ ਵੈਲਿਊ ਹੈਗੀ ਆ 450। ਉਸ ਤੋਂ ਬਾਅਦ ਸਾਡੇ ਕੋਲੇ ਹੈਗਾ ਏ ਇੰਸ਼ੋਰੈਂਸ। ਇੰਸ਼ੋਰੈਂਸ ਆ ਜਿਹੜਾ ਸਾਡੇ ਕੋਲੇ ਜਿਹੜੀ ਵੈਲਿਊ ਦਿੱਤੀ ਹੋਈ ਹੈ ਇੰਸ਼ੋਰੈਂਸ ਦੀ ਉਹ ਹੈਗੀ ਆ 800। ਬਟ ਨਾਲ ਦੀ ਨਾਲ ਸਾਨੂੰ ਉਹਨਾਂ ਨੇ ਇੱਥੇ ਕੁਐਸਚਨ ਦੇ ਵਿੱਚ ਜਦੋਂ ਐਡਜਸਟਮੈਂਟਸ ਕੀਤੀਆਂ ਸਾਨੂੰ ਪ੍ਰੀਪੇਡ ਇੰਸ਼ੋਰੈਂਸ ਵੀ ਦਿੱਤਾ। ਸੋ ਜਿਹੜਾ ਪਹਿਲਾਂ ਹੀ ਪੇ ਹੋ ਚੁੱਕਿਆ ਉਹਨੂੰ ਅਸੀਂ ਮਾਈਨਸ ਕਰ ਦਾਂਗੇ। ਪ੍ਰੀਪੇਡ ਹੋਇਆ 200 ਦਾ ਤਾਂ ਇਹ ਮਾਈਨਸ ਹੋ ਜਾਊਗਾ, ਸਾਡੇ ਕੋਲੇ ਕਿੰਨਾ ਬਚਿਆ ਐਕਚੁਅਲ ਇੰਸ਼ੋਰੈਂਸ 600, ਉਹਨੂੰ ਅਸੀਂ ਇੱਧਰ ਲਿਖ ਦਾਂਗੇ। ਜਿਹੜਾ ਰੈਂਟ ਆ ਉਹ ਵੀ ਸਾਨੂੰ ਦਿੱਤਾ ਹੋਇਆ ਔਰ ਪ੍ਰੀਪੇਡ ਇੰਸ਼ੋਰੈਂਸ ਦੀ ਗੱਲ ਸੀਗੀ ਉਹ ਆਪਾਂ ਮਾਈਨਸ ਕਰਤਾ। ਹੁਣ ਇਸ ਤੋਂ ਬਾਅਦ ਆਪਣੇ ਕੋਲੇ ਨੈਕਸਟ ਜਿਹੜੀ ਵੈਲਿਊ ਆਊਗੀ ਉਹ ਆਏਗੀ ਜਰਨਲ ਐਕਸਪੈਂਸਿਸ। ਪਹਿਲਾਂ ਅਸੀਂ ਇੱਧਰਲੀ ਸਾਈਡ ਸਾਰੇ ਜਿੰਨੇ ਵੀ ਖਰਚੇ ਆ ਉਹਨਾਂ ਨੂੰ ਲਿਖ ਲਾਂਗੇ। ਹੁਣ ਰੈਂਟ ਹੈਗਾ ਸੀਗਾ, ਇੰਸ਼ੋਰੈਂਸ ਸੀਗਾ, ਜਰਨਲ ਐਕਸਪੈਂਸਿਸ ਵੀ ਸਾਨੂੰ ਦਿੱਤੇ ਹੋਏ ਆ ਕੁਐਸਚਨ ਦੇ ਵਿੱਚ 250 ਦੇ, ਜੋ ਕਿ ਟਰਾਇਲ ਬੈਲੈਂਸ ਦੇ ਵਿੱਚ ਹੀ ਆ। 250 ਦੇ ਸਾਡੇ ਕੋਲੇ ਕੀ ਆ ਇਹ ਜਰਨਲ ਐਕਸਪੈਂਸਿਸ ਹੈ। ਉਸ ਤੋਂ ਬਾਅਦ ਸਾਡੇ ਕੋਲੇ ਹੈਗੇ ਆ ਸੈਲਰੀਜ਼। ਸੈਲਰੀਜ਼ ਸਾਨੂੰ ਇੱਥੇ 500 ਦੇ ਨਾਲ ਦਿੱਤੀਆਂ ਹੋਈਆਂ। 500 ਦੀਆਂ ਸੈਲਰੀਜ਼ ਆ ਉਹ ਵੀ ਆਪਾਂ ਇੱਧਰਲੀ ਸਾਈਡ ਕੀ ਆ ਰਿਕਾਰਡ ਕਰ ਲਾਂਗੇ। ਹੈਡਿੰਗ 'ਚ ਆਏਗਾ ਟੂ ਸੈਲਰੀਜ਼, ਇਹਦੇ ਵਿੱਚ ਕੋਈ ਵੀ ਐਡਜਸਟਮੈਂਟ ਨਹੀਂ ਆ, ਸੋ ਆਪਾਂ ਇਹਨੂੰ ਡਾਇਰੈਕਟ ਇੱਧਰ 500 ਦੇ ਨਾਲ ਰਿਕਾਰਡ ਕਰ ਦਾਂਗੇ। ਹੁਣ ਇਸ ਤੋਂ ਬਾਅਦ ਸਾਡੇ ਕੋਲੇ ਆ ਜਾਂਦੀ ਆ ਡੈਪਰੀਸ਼ੀਏਸ਼ਨ। ਡੈਪਰੀਸ਼ੀਏਸ਼ਨ ਦੀ ਸਾਨੂੰ ਇੱਧਰ ਲਿਖਿਆ ਹੋਇਆ ਫਸਟ ਹੀ ਸਟੇਟਮੈਂਟ ਦੇ ਵਿੱਚ ਕਿ ਜੋ ਸਾਡੇ ਕੋਲੇ ਡੈਪਰੀਸ਼ੀਏਸ਼ਨ ਆ ਉਹ ਕਿਹਦੀ ਆ, ਮਸ਼ੀਨਰੀ ਦੀ ਆ। ਹੁਣ ਮਸ਼ੀਨਰੀ ਦੇ ਉੱਪਰ ਜਿਹੜੀ ਡੈਪਰੀਸ਼ੀਏਸ਼ਨ ਆ ਉਹ 10% ਆ। ਮਸ਼ੀਨਰੀ ਜਿਹੜੀ ਵੈਲਿਊ ਹੈ, ਜਿੰਨਾ ਮਸ਼ੀਨਰੀ ਦਾ ਰੇਟ ਹੋਊਗਾ ਉਹਦੇ ਉੱਪਰ ਕੀ ਕਰਨਾ ਸੀ 10% ਡੈਪਰੀਸ਼ੀਏਸ਼ਨ ਨੂੰ ਚਾਰਜ ਕਰਨਾ ਹੈ। ਹੁਣ ਇਹ ਚੀਜ਼ ਧਿਆਨ ਰੱਖਿਓ ਕਿ ਜਦੋਂ ਵੀ ਆਪਾਂ ਮਸ਼ੀਨਰੀ 'ਤੇ ਡੈਪਰੀਸ਼ੀਏਸ਼ਨ ਚਾਰਜ ਕਰਾਂਗੇ ਆਪਾਂ ਸਿਰਫ ਔਰ ਸਿਰਫ ਡੈਪਰੀਸ਼ੀਏਸ਼ਨ ਦੀ ਅਮਾਊਂਟ ਨੂੰ ਹੀ ਕਾਊਂਟ ਕਰਨਾ। ਸਾਡੇ ਕੋਲੇ ਬਿਲਕੁਲ ਉੱਪਰ 4000 ਦੀ ਮਸ਼ੀਨਰੀ ਹੈ ਜਿਹੜੀ ਆਪਾਂ ਨੂੰ ਇੱਥੇ ਦਿੱਤੀ ਹੋਈ ਆ। ਹੁਣ ਜਦੋਂ ਅਸੀਂ ਡੈਪਰੀਸ਼ੀਏਸ਼ਨ 10% ਕਾਊਂਟ ਕਰਾਂਗੇ, 4000 ਤਾਂ ਸਾਡੀ ਮਸ਼ੀਨ ਦਾ ਰੇਟ ਆ, ਉੱਪਰ ਅਸੀਂ 10% ਚਾਰਜ ਕੀਤਾ, ਸਾਡੇ ਕੋਲੇ ਕਿੰਨਾ ਬਚਿਆ 400। ਤਾਂ ਇੱਧਰ ਸਿਰਫ ਔਰ ਸਿਰਫ ਉਹ 400 ਦੀ ਵੈਲਿਊ ਹੀ ਲਿਖੀ ਜਾਊਗੀ ਐਜ਼ ਆ ਡੈਪਰੀਸ਼ੀਏਸ਼ਨ। ਹੁਣ ਇਸ ਤੋਂ ਬਾਅਦ ਸਾਨੂੰ ਉਹਨਾਂ ਨੇ ਕੈਪੀਟਲ ਅਤੇ ਇੰਟਰਸਟ ਵੀ ਦਿੱਤਾ ਹੈ। ਕੁਐਸਚਨ ਦੇ ਵਿੱਚ ਆਪਾਂ ਨੂੰ ਉਹਨਾਂ ਨੇ ਕਿਹਾ ਹੋਇਆ ਹੈ ਕਿ ਸਾਡੇ ਕੋਲੇ ਜਿਹੜਾ ਹੈਗਾ 5% ਇੰਟਰਸਟ ਔਨ ਕੈਪੀਟਲ ਵੀ ਹੈਗਾ ਹੈ। ਹੁਣ ਜਿਹੜਾ ਕੈਪੀਟਲ ਅਤੇ ਇੰਟਰਸਟ ਆ ਉਹ ਕਿੰਨਾ ਹੈਗਾ ਆਪਾਂ ਨੂੰ 5% ਐਟ ਕੈਪੀਟਲ। ਹੁਣ ਸਾਡੇ ਕੋਲੇ ਕੈਪੀਟਲ ਕਿੰਨੀ ਹੈ ਇੱਥੇ 9000। 9000 ਦੇ ਉੱਪਰ ਅਗਰ ਤੁਸੀਂ 5% ਲਗਾਉਂਦੇ ਹੋ ਤੁਹਾਡੇ ਕੋਲੇ ਜਿਹੜਾ ਇੰਟਰਸਟ ਆਊਗਾ ਉਹਨੂੰ ਹੀ ਤੁਸੀਂ ਇੱਧਰ ਲਿਖੋਗੇ। ਤੁਹਾਡੇ ਕੋਲੇ ਕੁਐਸਚਨਸ ਦੀ ਸਟੇਟਮੈਂਟ ਦੇ ਵਿੱਚ ਦੇਖੋ 9000 ਜੋ ਆਪਾਂ ਨੂੰ ਇੰਟਰਸਟ ਦਿੱਤਾ ਹੋਇਆ ਉਹਦੇ ਉੱਪਰ 5% ਲਗਾਉਂਦੇ ਹੋ ਤਾਂ ਤੁਹਾਡੇ ਕੋਲੇ ਜਿਹੜਾ ਇੰਟਰਸਟ ਬਣਦਾ ਹੈ ਉਹ ਆਊਗਾ 450। ਠੀਕ ਹੈ, ਜਿਹੜਾ 450 ਤੁਹਾਡੇ ਕੋਲੇ ਬਣਿਆ ਇਹ ਤੁਹਾਡਾ ਹੈਗਾ ਏ ਇੰਟਰਸਟ ਔਨ ਕੈਪੀਟਲ। ਹੁਣ ਇਸ ਤੋਂ ਬਾਅਦ ਆਪਾਂ ਇੱਧਰ ਦੇਖ ਲਾਂਗੇ ਕਿ ਸਾਡੇ ਕੋਲੇ ਇਨਕਮਸ ਕਿੰਨੀਆਂ ਹੈਗੀਆਂ। ਸਭ ਤੋਂ ਪਹਿਲਾਂ ਸਾਡੇ ਕੋਲੇ ਇਨਕਮ ਹੈਗੀ ਆ ਜੋ ਸਾਨੂੰ ਗਰੋਸ ਪ੍ਰੋਫਿਟ ਆਲਰੇਡੀ ਇੱਧਰ ਮਿਲਿਆ ਹੋਇਆ, ਜੋ ਅਸੀਂ ਖੁਦ ਕੈਲਕੂਲੇਟ ਕੀਤਾ ਹੈ ਟ੍ਰੇਡਿੰਗ ਅਕਾਊਂਟ ਦੇ ਵਿੱਚ 8950। ਇਹ ਗਰੋਸ ਪ੍ਰੋਫਿਟ ਸਾਨੂੰ ਆਲਰੇਡੀ ਕੈਲਕੂਲੇਟ ਕਰਕੇ ਅਸੀਂ ਲੈ ਕੇ ਆਂਦਾ ਹੈ ਟ੍ਰੇਡਿੰਗ ਅਕਾਊਂਟ ਦੇ ਵਿੱਚ ਔਰ ਉਸ ਚੀਜ਼ ਨੂੰ ਆਪਾਂ ਇੱਧਰਲੀ ਸਾਈਡ ਰਿਕਾਰਡ ਕਰਾਂਗੇ। ਫਿਰ ਆਪਾਂ ਨੂੰ ਕ੍ਰੈਡਿਟ ਬੈਲੈਂਸ ਜੋ ਕਿ ਟਰਾਇਲ ਬੈਲੈਂਸ ਦਿੱਤਾ ਹੋਇਆ ਹੈ ਉਹਦੇ ਵਿੱਚ ਕਮਿਸ਼ਨ ਦਿੱਤਾ ਹੋਇਆ ਹੈ। ਕਮਿਸ਼ਨ ਜਿਹੜਾ ਆਪਾਂ ਨੂੰ ਦਿੱਤਾ ਹੈ ਟ੍ਰੇਡਿੰਗ ਸਾਈਡ ਦਿੱਤਾ ਹੈ, ਟਰਾਇਲ ਬੈਲੈਂਸ ਦੇ ਕ੍ਰੈਡਿਟ ਸਾਈਡ ਦਿੱਤਾ ਹੋਇਆ ਹੈ। ਸੋ ਉਹਦਾ ਮਤਲਬ ਇਹ ਹੈ ਕਿ ਉਹ ਸਾਡੇ ਕੋਲੇ ਐਜ਼ ਆ ਇਨਕਮ ਆਇਆ ਹੋਇਆ। ਹੁਣ ਜਿਹੜਾ ਇਨਕਮ ਦੇ ਰੂਪ ਦੇ ਵਿੱਚ ਆਇਆ ਉਹਦੀ ਵੈਲਿਊ ਹੈਗੀ ਆ 3000 ਪਲੱਸ ਇਹਦੇ ਵਿੱਚ ਤੁਸੀਂ ਐਡ ਕਰੋਗੇ ਜਿਹੜਾ ਇਨਕਰ ਉਹਨਾਂ ਨੇ ਕੀਤਾ ਹੋਇਆ ਅਕਰੂਡ ਕਮਿਸ਼ਨ ਆ। ਤੁਹਾਨੂੰ ਦੱਸਿਆ ਸੀਗਾ ਕਿ ਅਕਰੂਡ ਦਾ ਮਤਲਬ ਹੁੰਦਾ ਹੈ ਕਮਾਇਆ ਗਿਆ ਪੈਸਾ। ਹੁਣ ਜਿਹੜਾ ਅਕਰੂਡ ਕੀਤਾ ਹੋਇਆ ਕਮਿਸ਼ਨ ਆ ਉਹ ਵੀ ਇੱਕ ਤਰ੍ਹਾਂ ਕਮਾਈ ਹੋਈ ਆਮਦਨ ਦੇ ਵਿੱਚ ਹੀ ਜੋੜਿਆ ਜਾਊਗਾ, ਜੋ ਕਿ ਅਸੀਂ ਕਮਾਇਆ ਹੈ ਪਰ ਹਜੇ ਸਾਨੂੰ ਪੈਸੇ ਮਿਲੇ ਨਹੀਂ ਹੈ
ਤਾਂ ਉਹ ਚੀਜ਼ ਵੀ ਸਾਡੀ ਇੱਕ ਤਰ੍ਹਾਂ ਦੀ ਇਨਕਮ ਹੀ ਮੰਨੀ ਜਾਂਦੀ ਹੈ ਵੀ ਅੱਜ ਨਹੀਂ ਮਿਲੇ ਤਾਂ ਹੋ ਸਕਦਾ ਕੱਲ੍ਹ ਮਿਲ ਜਾਣ। ਸੋ ਉਹ ਵੀ ਇੱਕ ਤਰ੍ਹਾਂ ਦੀ ਇਨਕਮ ਆ ਜਿਹਨੂੰ ਤੁਸੀਂ ਆਪਦੇ ਨੋਰਮਲ ਕਮਿਸ਼ਨ ਦੇ ਵਿੱਚ ਐਡ ਕਰੋਗੇ। ਇਹ ਤੁਹਾਡੇ ਕੋਲ ਬਣੂਗਾ 4500। ਹੁਣ ਜਿਹੜਾ 4500 ਬਣਿਆ ਏ ਔਰ ਜਿਹੜਾ ਤੁਹਾਡੇ ਕੋਲ ਪਹਿਲਾਂ ਗ੍ਰੋਸ ਪ੍ਰੋਫਿਟ ਪਿਆ ਏ, ਇਹਨਾਂ ਦੋਨਾਂ ਦਾ ਕੀ ਕਰੋਗੇ, ਟੋਟਲ ਕਰੋਗੇ। ਦੋਨੋਂ ਸਾਈਡਸ ਦਾ ਆਪਸ ਦੇ ਵਿੱਚ ਕੀ ਹੈ, ਬੈਲੈਂਸ ਇਕੁਅਲ ਕਰੋਗੇ। ਜੋ ਤੁਹਾਡੇ ਕੋਲ ਇਸ ਟਾਈਮ 'ਤੇ ਪ੍ਰੋਫਿਟ ਹੈ ਔਰ ਜਿਹੜਾ ਤੁਹਾਡੇ ਕੋਲ ਕਮਿਸ਼ਨ ਹੈ, ਇਹਨਾਂ ਦੋਨਾਂ ਨੂੰ ਅਗਰ ਟੋਟਲ ਕਰਦੇ ਹਾਂ ਤਾਂ ਸਾਡੇ ਕੋਲ 13,450 ਰੁਪਏ ਜਿਹੜਾ ਕੀ ਆ ਬੈਲੈਂਸ ਟੋਟਲ ਬਣਦਾ ਹੈ। ਦੂਸਰੀ ਸਾਈਡ ਸਾਡੇ ਕੋਲ ਆਹ ਸਾਰੀਆਂ ਵੈਲਿਊਜ਼ ਆ ਡੈਬਿਟ ਸਾਈਡ ਦੀਆਂ, ਇਹਨਾਂ ਸਾਰੀਆਂ ਦਾ ਵੀ ਅਸੀਂ ਟੋਟਲ ਕਰਾਂਗੇ। ਇਹਨਾਂ ਸਾਰੀਆਂ ਦਾ ਟੋਟਲ ਕਰਕੇ ਸਾਡੇ ਕੋਲ ਆਉਂਦਾ ਹੈ 2650। ਮਤਲਬ ਕਿ ਆਹ ਚੀਜ਼ ਹਜੇ ਵੀ ਛੋਟੀ ਆ, ਆਹ ਸਾਈਡ ਜ਼ਿਆਦਾ ਹੈ। ਅਤੇ ਸਾਡੇ ਕੋਲ ਹੁਣ ਜਿਹੜਾ ਇੱਥੇ ਪ੍ਰੋਫਿਟ ਬਚੂਗਾ ਉਹਨੂੰ ਅਸੀਂ ਕੀ ਬੋਲਾਂਗੇ, ਟੂ ਨੈਟ ਪ੍ਰੋਫਿਟ। ਹੁਣ ਜਿਹੜਾ ਇਹ ਪ੍ਰੋਫਿਟ ਆ ਇਹ ਸਾਡੇ ਕੋਲ ਕਿੰਨਾ ਆਇਆ, 10,800। 10,800 ਦਾ ਸਾਡੇ ਕੋਲ ਕੀ ਹੈ, ਨੈਟ ਪ੍ਰੋਫਿਟ ਆਇਆ। ਦੋਨੋਂ ਸਾਈਡ ਸਾਡੇ ਕੋਲ ਟੋਟਲ ਕੀ ਹੋ ਜਾਣਗੇ, ਇਕੁਅਲ ਹੋ ਜਾਣਗੇ। ਹੁਣ ਇਸ ਤੋਂ ਬਾਅਦ ਸਾਡੇ ਕੋਲ ਸਿਰਫ ਔਰ ਸਿਰਫ ਬੈਲੈਂਸ ਸ਼ੀਟ ਰਹਿ ਜਾਂਦੀ ਆ ਜੋ ਕਿ ਇਹਨਾਂ ਦੋਨਾਂ ਤੋਂ ਬਾਅਦ ਪ੍ਰਪੇਅਰ ਕੀਤੀ ਜਾਂਦੀ ਆ। ਸੋ ਬੈਲੈਂਸ ਸ਼ੀਟ ਆਪਾਂ ਸਟਾਰਟ ਕਰਦੇ ਹਾਂ। ਆਪਾਂ ਸਭ ਤੋਂ ਪਹਿਲਾਂ ਬੈਲੈਂਸ ਸ਼ੀਟ ਦੇ ਵਿੱਚ ਲਾਇਬਿਲਿਟੀ ਸਾਈਡ ਨੂੰ ਕੰਪਲੀਟ ਕਰਦੇ ਹਾਂ, ਫਿਰ ਆਪਾਂ ਐਸੈਟ ਸਾਈਡ ਵਾਲੀ ਸਾਈਡ ਜਾਵਾਂਗੇ, ਐਸੈਟ ਨੂੰ ਕੰਪਲੀਟ ਕਰਾਂਗੇ। ਹੁਣ ਸਾਡੇ ਕੋਲ ਸਭ ਤੋਂ ਪਹਿਲਾਂ ਇੱਥੇ ਆਉਣਗੇ ਸੰਡਰੀ ਕ੍ਰੈਡੀਟਰਸ। ਇਹ ਸਾਨੂੰ ਸਟੇਟਮੈਂਟ ਦੇ ਵਿੱਚ ਆਲਰੇਡੀ ਦੱਸੇ ਹੋਏ ਆ। 4500 ਦੇ ਸਾਡੇ ਕੋਲ ਇਹ ਹੈਗੇ ਆ ਸੰਡਰੀ ਕ੍ਰੈਡੀਟਰ। ਵੇਜਿਸ ਆਊਟਸਟੈਂਡਿੰਗ ਜੋ ਸਾਡੀਆਂ ਦੇਣ ਵਾਲੀਆਂ ਰਹਿੰਦੀਆਂ ਉਹ ਵੀ ਸਾਡੀ ਹਜੇ ਲਾਇਬਿਲਿਟੀ ਹੀ ਆ 50 ਦੀਆਂ। ਔਰ ਇਸ ਤੋਂ ਬਾਅਦ ਸਾਡੇ ਕੋਲ ਆ ਜਾਂਦੀ ਆ ਕੈਪੀਟਲ। 9000 ਦੀ ਕੈਪੀਟਲ ਆ, ਇਹਦੇ ਵਿੱਚ ਉਹਦਾ ਇੰਟਰਸਟ ਜੁੜ ਜੂਗਾ ਜੋ ਅਸੀਂ ਖੁਦ ਕੈਲਕੂਲੇਟ ਕੀਤਾ ਸੀਗਾ 5% ਦੇ ਨਾਲ 450 ਦਾ। ਇੱਕ ਹੋਰ ਚੀਜ਼ ਐਡ ਹੋਊਗੀ, ਉਹ ਹੋਊਗੀ ਨੈਟ ਪ੍ਰੋਫਿਟ। ਹੁਣ ਜਿਹੜਾ ਨੈਟ ਪ੍ਰੋਫਿਟ ਆ ਉਹ ਸਾਨੂੰ ਹੈਗਾ ਏ 10,800, ਜੋ ਖੁਦ ਹੁਣੇ ਕੈਲਕੂਲੇਟ ਕੀਤਾ ਹੈ। 10,800 ਦੀ ਵੈਲਿਊ ਸਾਡੇ ਕੋਲ ਨੈਟ ਪ੍ਰੋਫਿਟ ਦੀ ਕੈਲਕੂਲੇਟ ਹੋਈ ਆ। ਇਹ ਸਾਡੇ ਕੋਲ ਆ ਜੂਗਾ 20,250। ਜਿਹੜਾ ਇਹ 20,250 ਆਇਆ ਇਹਨੂੰ ਆਪਾਂ ਇੱਧਰਲੀ ਸਾਈਡ ਨੋਟ ਡਾਊਨ ਕਰ ਦਾਂਗੇ। ਲਾਇਬਿਲਿਟੀ ਸਾਈਡ ਸਾਡੇ ਕੋਲ ਇੰਨੀਆਂ ਹੀ ਚੀਜ਼ਾਂ ਸੀ। ਹੁਣ ਇਸ ਤੋਂ ਬਾਅਦ ਆਪਾਂ ਆ ਜਾਂਦੇ ਹਾਂ ਐਸੈਟ ਸਾਈਡ। ਐਸੈਟ ਸਾਈਡ ਸਭ ਤੋਂ ਪਹਿਲਾਂ ਸਾਡੇ ਕੋਲ ਆਊਗਾ ਐਕਰੂਡ ਕਮਿਸ਼ਨ, ਜੋ ਕਿ ਆਪਾਂ ਨੂੰ ਐਡਜਸਟਮੈਂਟ ਦੇ ਵਿੱਚ ਗਿਵਨ ਆ। ਇਹਦੀ ਵੈਲਿਊ ਆਪਾਂ ਨੂੰ ਦਿੱਤੀ ਹੋਈ ਆ ਆਲਰੇਡੀ 1500 ਆਲਰੇਡੀ ਆਪਾਂ ਨੂੰ ਦਿੱਤੀ ਹੋਈ ਆ। ਬਟ ਇਹਦੇ ਵਿੱਚ ਇਹ ਵੀ ਧਿਆਨ ਦਿਓ ਕਿ ਆਪਾਂ ਨੂੰ ਸਟੇਟਮੈਂਟ ਦੇ ਵਿੱਚ ਉਹਨਾਂ ਨੇ ਕੁਝ ਕਿਹਾ ਸੀ ਕਿ ਐਕਰੂਡ ਕਮਿਸ਼ਨ ਆ ਅਤੇ ਇੱਕ ਸਾਡੇ ਕੋਲ ਹੈਗਾ ਜਿਹੜਾ ਪ੍ਰੀਪੇਡ ਇੰਸ਼ੋਰੈਂਸ। ਇਹ ਦੋਨੋਂ ਕੀ ਆ, ਸਬਜੈਕਟ ਆ GST ਦਾ। ਮਤਲਬ ਕਿ ਐਕਰੂਡ ਕਮਿਸ਼ਨ ਔਰ ਜਿਹੜੇ ਸਾਡੇ ਕੋਲ ਇੰਸ਼ੋਰੈਂਸ ਨੇ ਪ੍ਰੀਪੇਡ ਦੇ, ਉਹਦੇ ਉੱਪਰ ਲੱਗੇਗਾ 1500 ਦੇ ਉੱਪਰ। ਜਦੋਂ ਤੁਸੀਂ 6% ਕਰੋਗੇ ਤੁਹਾਡੇ ਕੋਲ 90% CGST ਆਊਗਾ। 90 ਰੁਪੀਜ਼ 0%, 90 ਰੁਪਏ ਸਾਡੇ ਕੋਲ CGST ਆਊਗਾ, 90 ਰੁਪਏ ਸਾਡੇ ਕੋਲ SGST ਆਊਗਾ। 1500 ਦੇ ਉੱਪਰ 6% ਕਰੇ ਤੋਂ 90 ਔਰ 90 ਦੋ ਸਾਡੇ ਕੋਲ CGST ਔਰ SGST ਆ। ਸਾਡੇ ਕੋਲ ਟੋਟਲ ਜਿਹੜੀ ਅਮਾਊਂਟ ਆ ਉਹ 1680 ਬਣ ਜੂਗੀ। ਠੀਕ ਹੈ। ਹੁਣ ਜਿਹੜਾ ਕਮਿਸ਼ਨ ਤੁਸੀਂ ਇੱਧਰਲੀ ਸਾਈਡ ਰਿਕਾਰਡ ਕਰਨਾ ਹੈ ਉਹ ਇੰਨਾ ਆਊਗਾ। ਧਿਆਨ ਰੱਖਿਓ 1500 ਜੋ ਤੁਹਾਡਾ ਐਕਰੂਡ ਕਮਿਸ਼ਨ ਜਿਹੜਾ ਤੁਹਾਨੂੰ ਨੀਚੇ ਲਿਖਿਆ ਹੋਊਗਾ ਉਹਦੇ ਉੱਪਰ ਹੀ ਲਗਾਉਣਾ ਹੈ, ਟੋਟਲ ਕਮਿਸ਼ਨ ਉੱਪਰ ਨਹੀਂ ਲਗਾਉਣਾ। ਜੋ ਤੁਹਾਨੂੰ ਐਡਜਸਟਮੈਂਟ ਦੇ ਵਿੱਚ ਦਿੱਤਾ ਸਿਰਫ ਉਸ ਵੈਲਿਊ 'ਤੇ ਤੁਸੀਂ ਪਰਸੈਂਟੇਜ ਨੂੰ ਕੈਲਕੂਲੇਟ ਕਰਨਾ ਹੈ। ਉਸ ਤੋਂ ਬਾਅਦ ਸਾਡੇ ਕੋਲ ਹੈਗੇ ਆ ਕੈਸ਼ ਇਨ ਹੈਂਡ, ਇਹ ਵੀ ਸਾਨੂੰ ਦਿੱਤੇ ਹੋਏ ਆ। ਫਿਰ ਸਾਡੇ ਕੋਲ ਹੈਗੇ ਆ ਕੈਸ਼ ਐਟ ਬੈਂਕ, ਇਹ ਵੀ ਸਾਨੂੰ ਦੱਸੇ ਹੋਏ ਆ 1000 ਦੇ। ਫਿਰ ਸਾਡੇ ਕੋਲ ਸੰਡਰੀ ਡੈਬਿਟਰਸ ਵੀ ਹੈਗੇ ਆ, ਉਹਨੂੰ ਵੀ ਤੁਸੀਂ ਨਾਲ ਦੇ ਨਾਲ ਨੋਟ ਕਰ ਸਕਦੇ ਹੋ। ਸੰਡਰੀ ਡੈਬਿਟਰਸ ਦੀ ਵੈਲਿਊ ਹੈਗੀ ਆ 4400। ਫਿਰ ਤੁਹਾਡੇ ਕੋਲ ਹੈਗੇ ਆ ਬਿੱਲ ਰਿਸੀਵੇਬਲ। ਬਿੱਲ ਰਿਸੀਵੇਬਲ ਵੀ ਗਿਵਨ ਆ ਤੁਹਾਨੂੰ ਕੁਐਸਚਨ ਦੇ ਵਿੱਚ, ਉਹਨਾਂ ਦੀ ਵੈਲਿਊ ਹੈਗੀ ਆ 2900। ਫਿਰ ਕਲੋਜ਼ਿੰਗ ਸਟਾਕ ਸਾਨੂੰ ਐਡਜਸਟਮੈਂਟ ਦੇ ਵਿੱਚ ਦਿੱਤਾ ਹੋਇਆ। ਕਲੋਜ਼ਿੰਗ ਸਟਾਕ ਦੀ ਵੈਲਿਊ ਹੈ ਸਾਡੇ ਕੋਲ 8000, 8000, ਜੋ ਕਿ ਸਟਾਕ ਸਾਨੂੰ ਦਿੱਤਾ ਹੋਇਆ 31 ਮਾਰਚ 2021 ਦਾ। ਫਿਰ ਸਾਡੇ ਕੋਲ ਆ ਜਾਂਦੇ ਆ ਪ੍ਰੀਪੇਡ ਇੰਸ਼ੋਰੈਂਸ। ਹੁਣ ਇੰਸ਼ੋਰੈਂਸ ਵਾਲਾ ਟੌਪਿਕ ਆਪਣੇ ਕੋਲ ਆ ਗਿਆ, ਜਿਹਦੇ ਵਿੱਚ ਆਪਾਂ ਇੰਸ਼ੋਰੈਂਸ ਆ ਜਿਹੜਾ ਉਹ ਲਿਖਣਾ। ਇੰਸ਼ੋਰੈਂਸ ਸਾਨੂੰ ਦਿੱਤਾ ਹੋਇਆ ਹੈ 200। ਹੁਣ 200 ਆ ਜਿਹੜਾ
ਉਹਦੇ ਵਿੱਚ ਪ੍ਰੀਪੇਡ ਇੰਸ਼ੋਰੈਂਸ ਦੇ ਵਿੱਚ ਆਪਾਂ ਪ੍ਰੀਮੀਅਮ ਦੇ ਵਿੱਚ ਹੀ ਸਾਰੀਆਂ ਕੈਲਕੂਲੇਸ਼ਨ ਜਿਹੜੀਆਂ ਨੋਟ ਕਰ ਦਾਂਗੇ ਔਰ ਇਹਦੇ ਉੱਪਰ ਕੁਝ ਵੀ ਕੈਲਕੂਲੇਟ ਆਪਾਂ ਨਹੀਂ ਕਰਾਂਗੇ ਔਰ ਡਾਇਰੈਕਟ ਇਹ 200 ਹੀ ਲਿਖਿਆ ਜਾਊਗਾ। ਹੁਣ ਇਸ ਤੋਂ ਬਾਅਦ ਆ ਜਾਂਦਾ ਸਾਡੇ ਕੋਲੇ ਡੈਪਰੀਸ਼ੀਏਸ਼ਨ ਮਸ਼ੀਨਰੀ ਸਾਡੇ ਕੋਲੇ ਦਿੱਤੀ ਹੋਈ ਆ। ਹੁਣ ਮਸ਼ੀਨਰੀ ਦੇ ਉੱਪਰ ਅਸੀਂ GST ਲਾਵਾਂਗੇ। ਮਸ਼ੀਨਰੀ ਦੇ ਉੱਪਰ ਜਾਏਗਾ GST ਜੋ ਕਿ ਅਸੀਂ ਕੈਲਕੂਲੇਟ ਕਰਨਾ ਹੈ ਔਰ ਇਹਦੇ ਉੱਪਰ ਹੀ ਕਾਊਂਟ ਕਰਾਂਗੇ। ਮਸ਼ੀਨਰੀ ਦੀ ਆਪਦੀ ਵੈਲਿਊ ਕਿੰਨੀ ਹੈ 4000। ਉਸ ਤੋਂ ਬਾਅਦ ਡੈਪਰੀਸ਼ੀਏਸ਼ਨ ਜੋ ਕਿ 10% ਸੀਗੀ ਉਹ ਮਾਈਨਸ ਕਰਾਂਗੇ 400। ਹੁਣ 400 ਜਦੋਂ ਮਾਈਨਸ ਹੋ ਜਾਣਗੇ ਸਾਡੇ ਕੋਲੇ 1350 ਰੁਪਏ ਜਿਹੜੇ ਇੱਥੇ ਆ ਜਾਣਗੇ ਐਜ਼ ਆ ਐਕਚੁਅਲ ਵੈਲਿਊ। ਹੁਣ ਜਿਹੜੇ ਇਹ 1350 ਰੁਪਏ ਸਾਡੇ ਕੋਲੇ ਆਏ ਆ ਇਹ ਕਿਹਦੀ ਵੈਲਿਊ ਆਈ ਹੈ ਸਾਡੇ ਕੋਲੇ ਇੱਕ ਟਾਈਮ 'ਤੇ 3600 ਆ ਰਿਹਾ ਸੀ ਨਾ ਦੂਸਰੀ ਅਮਾਊਂਟ ਨਹੀਂ। 4000 ਦੇ ਵਿੱਚੋਂ 400 ਮਾਈਨਸ ਕੀਤਾ 3600 ਸਾਡੇ ਕੋਲੇ ਆ ਗਿਆ। ਹੁਣ ਜਿਹੜੀ ਇਹ 3600 ਵੈਲਿਊ ਹੈ ਸਾਡੇ ਕੋਲੇ ਐਟ ਟਾਈਮ 'ਤੇ ਉਹਦੇ ਉੱਪਰ ਆਪਾਂ GST ਜਿਹੜਾ ਉਹ ਕਾਊਂਟ ਕਰਾਂਗੇ। 3600 ਜੋ ਸਾਡੇ ਕੋਲੇ ਬਚਿਆ ਹੈ ਉਹ ਮਸ਼ੀਨ ਔਰ ਡੈਪਰੀਸ਼ੀਏਸ਼ਨ ਮਾਈਨਸ ਹੋ ਚੁੱਕੀ ਹੈ। ਮਸ਼ੀਨ 'ਤੇ ਆਪਾਂ ਨੂੰ ਨਹੀਂ ਬੋਲਿਆ ਗਿਆ ਹੈ ਡੈਪਰੀਸ਼ੀਏਸ਼ਨ ਚਾਰਜ ਕਰਨ ਤੋਂ ਬਾਅਦ GST ਕੈਲਕੂਲੇਟ ਕਰਨ ਨੂੰ, ਬਟ ਸਾਡੇ ਕੋਲੇ ਇੱਥੇ ਇਨਪੁਟ ਦੀਆਂ CGST ਔਰ SGST ਦੀਆਂ ਵੈਲਿਊਜ਼ ਜ਼ਰੂਰ ਪਈਆਂ। ਸਾਡੇ ਕੋਲੇ ਇਨਪੁਟ CGST ਪਿਆ ਹੈਗਾ ਹੈ ਔਰ ਸਾਡੇ ਕੋਲੇ ਇਨਪੁਟ SGST ਪਿਆ ਹੈ 1350 ਦਾ। ਹੁਣ ਆਪਾਂ ਇੱਥੇ GST ਨੂੰ ਕੀ ਆ ਐਡਜਸਟ ਕਰਨਾ ਹੈ। 1350 ਦੇ ਵਿੱਚੋਂ ਪਹਿਲਾਂ ਤੁਸੀਂ ਮਾਈਨਸ ਕਰੋਗੇ ਆਊਟਪੁੱਟ CGST ਜੋ ਕਿ ਆਪਾਂ ਕੈਲਕੂਲੇਟ ਕੀਤਾ ਸੀਗਾ 90 ਰੁਪਏ ਬਿਲਕੁਲ ਉੱਪਰ ਜਦੋਂ ਅਸੀਂ ਕਾਊਂਟ ਕਰ ਰਹੇ ਸੀਗੇ ਅਕਰੂਡ ਕਮਿਸ਼ਨ। ਇਹ ਮਾਈਨਸ ਕਰੋਗੇ 90 ਰੁਪਏ ਸਾਡੇ ਕੋਲ ਆ ਜਾਊਗਾ 1260। ਇਹਨੂੰ ਇੱਧਰਲੀ ਸਾਈਡ ਰਿਕਾਰਡ ਕਰੋਗੇ। ਫਿਰ ਸਾਡੇ ਕੋਲ ਇਨਪੁਟ ਪਿਆ ਹੈਗਾ ਏ SGST ਦਾ ਉਹ ਵੀ 1350 ਏ। ਉਹਦੇ ਵਿੱਚੋਂ ਵੀ ਤੁਸੀਂ ਆਊਟਪੁੱਟ ਦਾ ਮਾਈਨਸ ਕਰੋਗੇ SGST ਉਹ ਵੀ ਵੈਲਿਊ ਤੁਹਾਡੇ ਕੋਲ ਆ ਜਾਊਗੀ 1260। ਇਹ ਦੋਨੋਂ ਸਾਈਡਸ ਤੁਸੀਂ ਲਿਖਤੀਆਂ ਔਰ ਦੋਨੋਂ ਸਾਈਡਸ ਤੁਸੀਂ ਇੱਥੇ ਕਾਊਂਟ ਕਰਕੇ ਲਿਖੋਗੇ ਕਿ 1260 ਔਰ 1260 ਸਾਡੇ ਕੋਲ ਵੈਲਿਊਜ਼ ਜਿਹੜੀਆਂ ਉਹ ਰਿਕਾਰਡ ਹੋ ਗਈਆਂ। ਹੁਣ ਦੋਨੋਂ ਸਾਈਡਸ ਦਾ ਜਿਹੜਾ ਟੋਟਲ ਕਰੋਗੇ ਔਰ ਟੋਟਲ ਕਰਕੇ ਦੇਖੋਗੇ ਕਿ ਦੋਨੋਂ ਐਸੈਟਸ ਐਂਡ ਲਾਇਬਿਲਿਟੀ ਸਾਈਡਸ ਇਕੁਅਲ ਆ ਰਹੀਆਂ ਜਾਂ ਨਹੀਂ ਆ ਰਹੀਆਂ ਔਰ ਦੋਨੋਂ ਸਾਈਡਸ ਤੁਹਾਡੇ ਕੋਲ ਇਕੁਅਲ ਆ ਰਹੀਆਂ ਡੈਬਿਟ ਐਂਡ ਕ੍ਰੈਡਿਟ ਬੈਲੈਂਸ। ਸੋ ਇੱਥੇ ਆਪਣਾ ਕੁਐਸਚਨ ਕੰਪਲੀਟ ਹੁੰਦਾ ਹੈ। ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਇਹ ਕੁਐਸਚਨ ਸਮਝ ਆਇਆ ਹੋਊਗਾ। ਅਗਰ ਕਿਸੇ ਨੂੰ ਵੀ ਕੋਈ ਡਾਊਟ ਆ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਔਰ ਇਸ ਦੇ ਨਾਲ ਰਿਲੇਟਡ ਕੁਐਸਚਨਸ ਤੁਸੀਂ ਖੁਦ ਟਰਾਈ ਕਰੋਗੇ। ਐਂਡ ਥੈਂਕ ਯੂ, ਹੈਵ ਅ ਨਾਈਸ ਡੇ।